ਜਦੋਂ ਵਿਚਾਰਾਂ ਦੀ ਤਲਵਾਰ ਤਿੱਖੀ ਹੋਵੇ ਤਾਂ ਜ਼ਿੰਦਰੇ ਗੁਲਾਮੀ ਦੇ ਖੁੱਲ ਜਾਂਦੇ ਨੇ। ਦਿਲਾਂ ਅੰਦਰ ਆਜ਼ਾਦੀ ਦਾ ਚਾਹ ਹੋਵੇ, ਖੂਨ ਲੱਖਾਂ ਵੀਰਾਂ ਦੇ ਡੁੱਲ ਜਾਂਦੇ ਨੇ। ਜਦੋਂ ਭਗਤ ਸਿੰਘ ਵਰਗੇ ਵੀਰ ਜਾਨ ਵਾਰਦੇ ਨੇ, ਝੰਡੇ ਉਦੋਂ ਆਜ਼ਾਦੀ ਦੇ ਝੁੱਲ ਜਾਂਦੇ ਨੇ। ਅੱਜ ਦੇਸ਼ ਆਪਣਾ 74ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਹਰ ਭਾਰਤੀ ਦੇ ਲਈ ਇਹ ਦਿਨ ਬਹੁਤ ਜ਼ਿਆਦਾ ਖਾਸ ਹੁੰਦਾ ਹੈ। 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋ ਗਿਆ ਸੀ, ਪਰ ਦੇਸ਼ਵਾਸੀਆਂ ਨੂੰ ਉਹਨਾਂ ਦੇ ਅਸਲ ਹੱਕ ਮਿਲੇ 26 ਜਨਵਰੀ 1950 ਨੂੰ, ਜਦੋਂ ਦੇਸ਼ ਦਾ ਸੰਵਿਧਾਨ ਲਾਗੂ ਹੋਇਆ। ਹਰ ਦੇਸ਼ਵਾਸੀ ਹਰ ਸਾਲ 26 ਜਨਵਰੀ ਯਾਨੀ ਕਿ ਗਣਤੰਤਰ ਦਿਵਸ ਨੂੰ ਪੂਰੇ ਉਤਸ਼ਾਹ ਨਾਲ ਮਨਾਉਂਦਾ ਹੈ। ਇਸ ਖਾਸ ਮੌਕੇ ਤੇ ਹਰ ਸਾਲ ਇੰਡੀਆ ਗੇਟ ਤੋਂ ਰਾਸ਼ਟਰਪਤੀ ਭਵਨ ਤੱਕ ਰਾਜਪਥ ਤੇ ਸ਼ਾਨਦਾਰ ਪਰੇਡ ਹੁੰਦੀ ਹੈ। ਇਸ ਪਰੇਡ ਵਿੱਚ ਭਾਰਤੀ ਥਲ ਸੈਨਾ, ਹਵਾਈ ਸੈਨਾ, ਜਲ ਸੈਨਾ ਦੀਆਂ ਵੱਖ-ਵੱਖ ਰੈਜੀਮੈਂਟਾਂ ਹਿੱਸਾ ਲੈਂਦੀਆਂ ਨੇ। ਸ਼ਾਇਦ ਤੁਹਾਡੇ ਮਨ ਵਿੱਚ ਇਹ ਸਵਾਲ ਆਵੇਗਾ ਕਿ ਅਸੀਂ ਗਣਤੰਤਰ ਦਿਵਸ ਕੇਵਲ 26 ਜਨਵਰੀ ਨੂੰ ਹੀ ਕਿਉਂ ਮਨਾਉਂਦੇ ਹਾਂ, ਕਿਸੇ ਹੋਰ ਦਿਨ ਕਿਉਂ ਨਹੀਂ? ਇਸ ਦੇ ਪਿੱਛੇ ਬਹੁਤ ਦਿਲਚਸਪ ਇਤਿਹਾਸ ਹੈ। ਆਜ਼ਾਦੀ ਤੋਂ ਪਹਿਲਾਂ ਦੇਸ਼ ਦੀ ਆਜ਼ਾਦੀ ਦਾ ਦਿਵਸ ਕਿਸੇ ਹੋਰ ਦਿਨ ਮਨਾਇਆ ਜਾਂਦਾ ਸੀ। ਇਸ ਪ੍ਰੋਗਰਾਮ ਵਿੱਚ ਅਸੀਂ ਤੁਹਾਡੇ ਲਈ ਗਣਤੰਤਰ ਦਿਵਸ ਨਾਲ ਜੁੜੀਆਂ ਕੁਝ ਐਸੀਆਂ ਹੀ ਦਿਲਚਸਪ ਗੱਲਾਂ ਲੈ ਕੇ ਆਏ ਹਾਂ। ਇਸ ਦਿਨ ਯਾਨੀ ਕਿ 26 ਜਨਵਰੀ 1950 ਨੂੰ ਭਾਰਤ ਦਾ ਸੰਵਿਧਾਨ ਲਾਗੂ ਕੀਤਾ ਗਿਆ ਸੀ, ਜਿਸ ਦੇ ਕਈ ਕਾਰਨ ਸਨ। ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਸੰਵਿਧਾਨ ਸਭਾ ਨੇ 26 ਨਵੰਬਰ 1949 ਨੂੰ ਸੰਵਿਧਾਨ ਨੂੰ ਅਪਣਾਇਆ ਤੇ ਇਸ ਦੇ ਨਾਲ ਹੀ 26 ਜਨਵਰੀ 1950 ਨੂੰ ਸੰਵਿਧਾਨ ਨੂੰ ਲੋਕਤੰਤਰੀ ਸਰਕਾਰ ਪ੍ਰਣਾਲੀ ਨਾਲ ਲਾਗੂ ਕੀਤਾ ਗਿਆ। ਇਸ ਦਿਨ ਭਾਰਤ ਨੂੰ ਪੂਰਨ ਗਣਤੰਤਰ ਘੋਸ਼ਿਤ ਕੀਤਾ ਗਿਆ। 26 ਜਨਵਰੀ 1950 ਨੂੰ ਸੰਵਿਧਾਨ ਲਾਗੂ ਕਰਨ ਦਾ ਇੱਕ ਮੁੱਖ ਕਾਰਨ ਇਹ ਹੈ ਕਿ ਇਸ ਦਿਨ 1930 ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਨੇ ਭਾਰਤ ਦੀ ਪੂਰਨ ਆਜ਼ਾਦੀ ਦਾ ਐਲਾਨ ਕੀਤਾ ਸੀ। ਸਨ 1929 ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਦੀ ਪ੍ਰਧਾਨਗੀ ਹੇਠ ਇੰਡੀਅਨ ਨੈਸ਼ਨਲ ਕਾਂਗਰਸ ਦੀ ਇੱਕ ਮੀਟਿੰਗ ਹੋਈ ਸੀ, ਜਿਸ ਵਿੱਚ ਸਰਬਸੰਮਤੀ ਨਾਲ ਐਲਾਨ ਕੀਤਾ ਗਿਆ ਕਿ ਬ੍ਰਿਟਿਸ਼ ਸਰਕਾਰ 26 ਜਨਵਰੀ 1930 ਤੱਕ ਭਾਰਤ ਨੂੰ ਡੋਮੇਨੀਅਨ ਦਾ ਦਰਜਾ ਦੇ ਦੇਵੇ। ਇਸ ਦਿਨ ਪਹਿਲੀ ਵਾਰ ਭਾਰਤ ਦਾ ਸੁਤੰਤਰਤਾ ਦਿਵਸ ਮਨਾਇਆ ਗਿਆ ਸੀ। 15 ਅਗਸਤ 1947 ਨੂੰ ਆਜ਼ਾਦੀ ਮਿਲਣ ਤੱਕ ਆਜ਼ਾਦੀ ਦਿਵਸ ਨੂੰ 26 ਜਨਵਰੀ ਨੂੰ ਹੀ ਮਨਾਇਆ ਜਾਂਦਾ ਸੀ। 26 ਜਨਵਰੀ 1950 ਨੂੰ ਸੰਵਿਧਾਨ ਨੂੰ ਲਾਗੂ ਕੀਤਾ ਗਿਆ ਅਤੇ 26 ਜਨਵਰੀ 1930 ਨੂੰ ਪੂਰਨ ਆਜ਼ਾਦੀ ਦਾ ਐਲਾਨ ਕਰਨ ਦੀ ਇਸ ਤਾਰੀਖ ਨੂੰ ਮਹੱਤਵ ਦੇਣ ਲਈ 26 ਜਨਵਰੀ ਨੂੰ ਗਣਤੰਤਰ ਦਿਵਸ ਦਾ ਐਲਾਨ ਕੀਤਾ ਗਿਆ ਸੀ। ਸੰਵਿਧਾਨ ਦਾ ਖਰੜਾ ਜਿਸ ਅਨੁਸਾਰ ਅੱਜ ਦੇਸ਼ ਵਿੱਚ ਕੰਮ ਹੋ ਰਿਹਾ ਹੈ, ਉਸ ਨੂੰ ਭਾਰਤੀ ਸੰਵਿਧਾਨ ਦੇ ਨਿਰਮਾਤਾ ਵਜੋਂ ਜਾਣੇ ਜਾਂਦੇ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਨੇ ਤਿਆਰ ਕੀਤਾ ਸੀ। ਬਹੁਤ ਸਾਰੇ ਸੁਧਾਰਾਂ ਤੇ ਤਬਦੀਲੀਆਂ ਦੇ ਬਾਅਦ ਕਮੇਟੀ ਦੇ 308 ਮੈਂਬਰਾਂ ਨੇ 24 ਜਨਵਰੀ 1950 ਨੂੰ ਹੱਥ ਲਿਖਤ ਕਾਨੂੰਨ ਦੀਆਂ 2 ਕਾਪੀਆਂ ਤੇ ਦਸਤਖਤ ਕੀਤੇ, ਜਿਸ ਤੋਂ 2 ਦਿਨ ਬਾਅਦ 26 ਜਨਵਰੀ ਨੂੰ ਇਸ ਨੂੰ ਦੇਸ਼ ਵਿੱਚ ਲਾਗੂ ਕੀਤਾ ਗਿਆ। 26 ਜਨਵਰੀ ਦੀ ਮਹੱਤਤਾ ਨੂੰ ਬਰਕਰਾਰ ਰੱਖਣ ਲਈ ਭਾਰਤ ਨੂੰ ਇਸੇ ਦਿਨ ਲੋਕਤੰਤਰੀ ਪਛਾਣ ਦਿੱਤੀ ਗਈ ਸੀ। 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋ ਗਿਆ ਸੀ, ਪਰ ਦੇਸ਼ ਦੀ ਆਜ਼ਾਦੀ ਦਾ ਐਲਾਨ ਹੋਣ ਤੋਂ 7-8 ਮਹੀਨੇ ਪਹਿਲਾਂ ਹੀ ਭਾਰਤੀ ਸੰਵਿਧਾਨ ਨੂੰ ਲਿਖਣ ਦੀ ਤਿਆਰੀ ਸ਼ੁਰੂ ਹੋ ਚੁੱਕੀ ਸੀ। ਇਹ ਨਵਾਂ ਸੰਵਿਧਾਨ 1935 ਵਿੱਚ ਆਜ਼ਾਦੀ ਗੁਲਾਟੀਆਂ ਲਈ ਬਣਾਏ ਗਏ ਸੰਵਿਧਾਨ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਗਿਆ ਸੀ। ਭਾਰਤੀ ਸੰਵਿਧਾਨ ਨੂੰ ਬਣਨ ਵਿੱਚ 2 ਸਾਲ 11 ਮਹੀਨੇ 18 ਦਿਨ ਲੱਗ ਗਏ, ਯਾਨੀ ਕਿ ਲਗਭਗ 3 ਸਾਲ। 1950 ਵਿੱਚ ਸੰਵਿਧਾਨ ਪੂਰੀ ਤਰ੍ਹਾਂ ਲਾਗੂ ਹੋ ਗਿਆ ਸੀ। 26 ਜਨਵਰੀ 1950 ਨੂੰ ਸੰਵਿਧਾਨ ਦੇ ਲਾਗੂ ਹੁੰਦੇ ਹੀ ਲੋਕਤੰਤਰ ਦੀ ਨਵੀਂ ਨੀਂਹ ਰੱਖੀ ਗਈ। ਭਾਰਤ 26 ਜਨਵਰੀ 1950 ਨੂੰ ਸਵੇਰੇ 10:18 ਤੇ ਇੱਕ ਗਣਤੰਤਰ ਦੇਸ਼ ਬਣਿਆ। ਇਸ ਤੋਂ ਠੀਕ 6 ਮਿੰਟ ਬਾਅਦ 10:24 ਤੇ ਡਾਕਟਰ ਰਾਜਿੰਦਰ ਪ੍ਰਸਾਦ ਨੇ ਭਾਰਤ ਦੇ ਪਹਿਲੇ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। ਇਸ ਦਿਨ ਪਹਿਲੀ ਵਾਰ ਡਾਕਟਰ ਰਾਜਿੰਦਰ ਪ੍ਰਸਾਦ ਰਾਸ਼ਟਰਪਤੀ ਦੇ ਰੂਪ ਵਿੱਚ ਇੱਕ ਬੱਗੀ ਵਿੱਚ ਰਾਸ਼ਟਰਪਤੀ ਭਵਨ ਤੋਂ ਬਾਹਰ ਆਏ, ਜਿੱਥੇ ਉਹਨਾਂ ਨੇ ਪਹਿਲੀ ਵਾਰ ਫੌਜ ਦੀ ਸਲਾਮੀ ਲਈ ਤੇ ਪਹਿਲੀ ਵਾਰ ਉਹਨਾਂ ਨੂੰ ਗਾਰਡ ਆਫ ਆਨਰ ਦਿੱਤਾ ਗਿਆ। 15 ਅਗਸਤ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਲਾਲ ਕਿਲੇ ਤੇ ਝੰਡਾ ਫਹਿਰਾਉਂਦੇ ਨੇ ਤੇ 26 ਜਨਵਰੀ ਨੂੰ ਰਾਜਪਥ ਉੱਤੇ ਦੇਸ਼ ਦੇ ਰਾਸ਼ਟਰਪਤੀ ਤਿਰੰਗਾ ਫਹਿਰਾਉਂਦੇ ਨੇ। ਇਸ ਮੌਕੇ ਤੇ ਦੇਸ਼ ਦੇ ਤਿੰਨੋਂ ਸੈਨਾ ਬਲ ਪਰੇਡ ਕਰਦੇ ਨੇ ਤੇ ਰਾਜਪਥ ਤੇ ਰੰਗਾਰੰਗ ਪ੍ਰੋਗਰਾਮ ਵੀ ਕੀਤੇ ਜਾਂਦੇ ਨੇ। ਆਖਿਰ ਰਾਜਪਥ ਤੇ ਇਹ ਗਣਤੰਤਰ ਦਿਵਸ ਕਿਉਂ ਮਨਾਇਆ ਜਾਂਦਾ ਹੈ? ਰਾਜਪਥ ਤੇ ਗਣਤੰਤਰ ਦਿਵਸ ਦਾ ਜਸ਼ਨ ਇੱਕ ਕਹਾਣੀ ਵਾਂਗ ਬਣ ਗਿਆ ਹੈ, ਪਰ ਇਸ ਬਾਰੇ ਬਹੁਤ ਘੱਟ ਲੋਕ ਜਾਣਦੇ ਨੇ ਕਿ ਪਹਿਲਾ ਗਣਤੰਤਰ ਦਿਵਸ ਇਰਵਿਨ ਸਟੇਡੀਅਮ ਦਿੱਲੀ ਵਿਖੇ ਮਨਾਇਆ ਗਿਆ ਸੀ, ਜੋ ਕਿ ਨੈਸ਼ਨਲ ਸਟੇਡੀਅਮ ਦੇ ਨਾਮ ਨਾਲ ਵੀ ਮਸ਼ਹੂਰ ਹੈ। ਉਸ ਸਮੇਂ ਸਟੇਡੀਅਮ ਦੇ ਪਿੱਛੇ ਦਿੱਲੀ ਦਾ ਪੁਰਾਣਾ ਕਿਲਾ ਸਾਫ਼ ਨਜ਼ਰ ਆ ਰਿਹਾ ਸੀ। ਉਸ ਸਮੇਂ ਪਹਿਲੇ ਰਾਸ਼ਟਰਪਤੀ ਡਾਕਟਰ ਰਾਜਿੰਦਰ ਪ੍ਰਸਾਦ ਨੇ 21 ਤੋਪਾਂ ਦੀ ਸਲਾਮੀ ਦੇ ਬਾਅਦ ਇੱਥੇ ਤਿਰੰਗਾ ਫਹਿਰਾਇਆ ਸੀ। ਇਸ ਮੌਕੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਵੀ ਮੌਜੂਦ ਸਨ। ਇਸ ਮੌਕੇ ਮੁੱਖ ਮਹਿਮਾਨ ਦੇ ਰੂਪ ਵਿੱਚ ਇੰਡੋਨੇਸ਼ੀਆ ਦੇ ਪਹਿਲੇ ਰਾਸ਼ਟਰਪਤੀ ਸੁਕਰਨੋ ਵੀ ਮੌਜੂਦ ਸਨ। ਪਹਿਲੀ ਵਾਰ ਤਿੰਨੋਂ ਸੈਨਾਵਾਂ ਦੇ ਮੁਖੀਆਂ ਨੇ ਆਪਣੀ ਹਾਜ਼ਰੀ ਦਿੱਤੀ, ਜਿੱਥੇ ਉਸ ਸਮੇਂ ਪਰੇਡ ਹੁੰਦੀ ਸੀ ਤੇ ਇਹ ਪਰੰਪਰਾ ਅੱਜ ਵੀ ਜਾਰੀ ਹੈ। ਸਾਲ 1955 ਵਿੱਚ ਪਹਿਲੀ ਵਾਰ ਰਾਜਪਥ ਤੇ ਪਰੇਡ ਹੋਈ ਸੀ। ਰਾਇਸੇਨਾ ਹਿਲਸ ਤੋਂ ਸ਼ੁਰੂ ਹੋ ਕੇ ਪਰੇਡ ਲਾਲ ਕਿਲੇ ਤੱਕ ਜਾ ਕੇ ਸਮਾਪਤ ਹੋਈ। ਹਰ ਸਾਲ ਭਾਰਤ ਦੇ ਰਾਸ਼ਟਰਪਤੀ ਇਸ ਮੌਕੇ ਤੇ ਤਿਰੰਗਾ ਲਹਿਰਾਉਂਦੇ ਨੇ ਤੇ ਇਸ ਮੌਕੇ ਤੇ ਕੋਈ ਨਾ ਕੋਈ ਵਿਦੇਸ਼ੀ ਮਹਿਮਾਨ ਮੁੱਖ ਮਹਿਮਾਨ ਦੇ ਤੌਰ ਤੇ ਮੌਜੂਦ ਰਹਿੰਦਾ ਹੈ। ਗਣਤੰਤਰ ਦਿਵਸ ਦੇ ਜਸ਼ਨਾਂ ਦੀ ਸ਼ੁਰੂਆਤ ਰਾਸ਼ਟਰਪਤੀ ਦੇ ਆਗਮਨ ਨਾਲ ਹੁੰਦੀ ਹੈ। ਰਾਸ਼ਟਰਪਤੀ ਆਪਣੀ ਵਿਸ਼ੇਸ਼ ਕਾਰ ਤੇ ਵਿਸ਼ੇਸ਼ ਘੋੜਸਵਾਰ ਬਾਡੀਗਾਰਡਸ ਦੇ ਨਾਲ ਆਉਂਦੇ ਨੇ।
ਰਾਸ਼ਟਰਪਤੀ ਦੇ ਵਿਸ਼ੇਸ਼ ਘੋੜਸਵਾਰ ਬਾਡੀਗਾਰਡਸ ਦਾ ਕਾਫਲਾ ਉਹਨਾਂ ਦੀ ਕਾਰ ਦੇ ਚਾਰੋਂ ਤਰਫ ਚੱਲਦਾ ਹੈ। ਰਾਸ਼ਟਰਪਤੀ ਵੱਲੋਂ ਤਿਰੰਗਾ ਫਹਿਰਾਉਣ ਦੇ ਸਮੇਂ ਉਹਨਾਂ ਦੇ ਵਿਸ਼ੇਸ਼ ਘੋੜਸਵਾਰ ਬਾਡੀਗਾਰਡ ਸਮੇਤ ਉੱਥੇ ਮੌਜੂਦ ਸਾਰੇ ਲੋਕ ਸਾਵਧਾਨ ਦੀ ਮੁਦਰਾ ਵਿੱਚ ਖੜੇ ਹੋ ਕੇ ਤਿਰੰਗੇ ਨੂੰ ਸਲਾਮੀ ਦਿੰਦੇ ਨੇ। ਇਸ ਦੌਰਾਨ ਬੈਂਡ ਦੀ ਧੁਨ ਤੇ ਰਾਸ਼ਟਰੀ ਗੀਤ ਵੀ ਵਜਾਇਆ ਜਾਂਦਾ ਹੈ ਤੇ ਇਸ ਦੌਰਾਨ 21 ਤੋਪਾਂ ਦੀ ਸਲਾਮੀ ਦਿੱਤੀ ਜਾਂਦੀ ਹੈ। ਇਹ ਸਲਾਮੀ ਅਸਲ ਵਿੱਚ ਭਾਰਤੀ ਸੈਨਾ ਦੀਆਂ 7 ਤੋਪਾਂ ਦੇ ਨਾਲ ਦਿੱਤੀ ਜਾਂਦੀ ਹੈ, ਜਿਨ੍ਹਾਂ ਨੂੰ ਪੌਂਡਰਸ ਕਿਹਾ ਜਾਂਦਾ ਹੈ। ਹਰ ਤੋਪ ਦੇ ਨਾਲ 3 ਰਾਉਂਡ ਫਾਇਰਿੰਗ ਹੁੰਦੀ ਹੈ, ਜਿਸ ਕਰਕੇ ਇਹਨਾਂ ਦੀ ਗਿਣਤੀ 21 ਹੋ ਜਾਂਦੀ ਹੈ। ਇਹ ਤੋਪਾਂ ਸਨ 1941 ਵਿੱਚ ਬਣੀਆਂ ਸਨ ਤੇ ਇਹਨਾਂ ਨੂੰ ਸੈਨਾ ਦੇ ਔਪਚਾਰਿਕ ਪ੍ਰੋਗਰਾਮਾਂ ਵਿੱਚ ਸ਼ਾਮਿਲ ਕਰਨ ਦੀ ਰਵਾਇਤ ਹੈ। ਅਮਰ ਜਵਾਨ ਜੋਤੀ ਦਿੱਲੀ ਦੀਆਂ ਸਭ ਤੋਂ ਮਸ਼ਹੂਰ ਥਾਵਾਂ ਵਿੱਚੋਂ ਇੱਕ ਹੈ। ਇਹ ਇੰਡੀਆ ਗੇਟ ਦੇ ਹੇਠਾਂ ਸਥਿਤ ਹੈ। ਇੰਡੀਆ ਗੇਟ 1921 ਵਿੱਚ ਬ੍ਰਿਟਿਸ਼ ਸਰਕਾਰ ਦੁਆਰਾ ਪਹਿਲੇ ਵਿਸ਼ਵ ਯੁੱਧ ਦੇ ਬਾਅਦ ਵਿੱਚ ਮਾਰੇ ਗਏ 84,000 ਸੈਨਿਕਾਂ ਦੀ ਯਾਦ ਵਿੱਚ ਬਣਾਇਆ ਗਿਆ ਸੀ। 3 ਦਸੰਬਰ ਤੋਂ 16 ਦਸੰਬਰ ਤੱਕ 1971 ਵਿੱਚ ਭਾਰਤ ਤੇ ਪਾਕਿਸਤਾਨ ਵਿਚਾਲੇ ਜੰਗ ਹੋਈ ਸੀ। ਭਾਰਤ ਨੇ ਇਸ ਜੰਗ ਵਿੱਚ ਜਿੱਤ ਹਾਸਲ ਕੀਤੀ ਅਤੇ ਬੰਗਲਾਦੇਸ਼ ਹੋਂਦ ਵਿੱਚ ਆਇਆ। ਇਸ ਪੂਰੀ ਮੁਹਿੰਮ ਦੇ ਦੌਰਾਨ ਭਾਰਤ ਦੇ ਕਈ ਬਹਾਦਰ ਸੈਨਿਕਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਜਦੋਂ 1971 ਦੀ ਜੰਗ ਖਤਮ ਹੋਈ ਤਾਂ 3843 ਸ਼ਹੀਦਾਂ ਦੀ ਯਾਦ ਵਿੱਚ ਅਮਰ ਜੋਤ ਨੂੰ ਜਗਾਉਣ ਦਾ ਫੈਸਲਾ ਕੀਤਾ ਗਿਆ। ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ 26 ਜਨਵਰੀ 1972 ਭਾਰਤ ਦੇ 23ਵੇਂ ਗਣਤੰਤਰ ਦਿਵਸ ਦੇ ਮੌਕੇ ਤੇ ਅਮਰ ਜਵਾਨ ਜੋਤੀ ਦਾ ਉਦਘਾਟਨ ਕੀਤਾ ਸੀ। 1971 ਵਿੱਚ ਇਸ ਦੇ ਨਿਰਮਾਣ ਤੋਂ ਬਾਅਦ ਹਰ ਸਾਲ ਗਣਤੰਤਰ ਦਿਵਸ ਦੀ ਪਰੇਡ ਤੋਂ ਪਹਿਲਾਂ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਤਿੰਨੋਂ ਸੈਨਾਵਾਂ ਦੇ ਮੁਖੀਆਂ ਵੱਲੋਂ ਅਮਰ ਜਵਾਨ ਜੋਤੀ ਤੇ ਸ਼ਰਧਾਂਜਲੀ ਭੇਂਟ ਕੀਤੀ ਜਾਂਦੀ ਹੈ। ਹਾਲਾਂਕਿ ਫਰਵਰੀ 2019 ਵਿੱਚ ਨੈਸ਼ਨਲ ਵਾਰ ਮੈਮੋਰੀਅਲ ਦੇ ਉਦਘਾਟਨ ਤੋਂ ਬਾਅਦ ਇਹ ਪਰੰਪਰਾ ਉੱਥੇ ਸ਼ੁਰੂ ਹੋ ਗਈ। ਗਣਤੰਤਰ ਦਿਵਸ ਦੇ ਦਿਨ ਪੂਰਾ ਰਾਜਪਥ ਰੰਗਾਂ ਵਿੱਚ ਰੰਗਿਆ ਹੋਇਆ ਹੈ। ਗਣਤੰਤਰ ਦਿਵਸ ਦੇ ਜਸ਼ਨ ਨਾਲ ਕੁਝ ਅਜਿਹੇ ਤੱਤ ਜੁੜੇ ਹੋਏ ਨੇ ਜਿਨ੍ਹਾਂ ਬਾਰੇ ਸ਼ਾਇਦ ਆਮ ਲੋਕ ਨਹੀਂ ਜਾਣਦੇ। ਹਰ ਸਾਲ 26 ਜਨਵਰੀ ਨੂੰ ਗਣਤੰਤਰ ਦਿਵਸ ਦੀ ਸ਼ਾਨਦਾਰ ਪਰੇਡ ਦੇਖਣ ਲਈ ਰਾਜਪਥ ਤੋਂ ਲਾਲ ਕਿਲੇ ਤੱਕ ਪਰੇਡ ਦੇ ਰਸਤੇ ਤੇ 2 ਲੱਖ ਤੋਂ ਵੱਧ ਲੋਕਾਂ ਦੀ ਭੀੜ ਇਕੱਠੀ ਹੁੰਦੀ ਹੈ। ਇਸ ਵਿੱਚ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਤੋਂ ਲੈ ਕੇ ਸੈਨਾ ਦੇ ਜਨਰਲ ਤੱਕ ਹਰ ਕੋਈ ਸ਼ਾਮਿਲ ਹੁੰਦਾ ਹੈ। ਹਰ ਸਾਲ ਇਸ ਮੌਕੇ ਤੇ ਕੇਂਦਰ ਸਰਕਾਰ ਵੱਲੋਂ ਭਾਰਤ ਸਮੇਤ ਕਈ ਦੇਸ਼ਾਂ ਤੋਂ ਮਹਿਮਾਨਾਂ ਨੂੰ ਵਿਸ਼ੇਸ਼ ਤੌਰ ਤੇ ਸੱਦਿਆ ਜਾਂਦਾ ਹੈ। ਖਾਸ ਗੱਲ ਇਹ ਹੈ ਕਿ ਕੜਾਕੇ ਦੀ ਠੰਡ ਦੇ ਬਾਵਜੂਦ ਲੋਕ ਪਰੇਡ ਦੇਖਣ ਲਈ ਸਵੇਰੇ 4-5 ਵਜੇ ਤੋਂ ਹੀ ਪਹੁੰਚਣਾ ਸ਼ੁਰੂ ਹੋ ਜਾਂਦੇ ਨੇ। ਸਾਲ 2015 ਵਿੱਚ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਵੀ ਭਾਰਤ ਦੇ ਗਣਤੰਤਰ ਦਿਵਸ ਦੀ ਪਰੇਡ ਦੇਖ ਚੁੱਕੇ ਨੇ। ਕਿਸੇ ਅਮਰੀਕੀ ਰਾਸ਼ਟਰਪਤੀ ਦੇ ਇਤਿਹਾਸ ਵਿੱਚ ਪਹਿਲੀ ਵਾਰ ਬਰਾਕ ਓਬਾਮਾ ਨੇ ਇੰਨੇ ਲੰਬੇ ਸਮੇਂ ਤੱਕ ਰਾਜਪਥ ਉੱਤੇ ਹੋਏ ਇਸ ਜਨਤਕ ਸਮਾਗਮ ਵਿੱਚ ਸ਼ਿਰਕਤ ਕੀਤੀ। 26 ਜਨਵਰੀ ਦੀ ਪਰੇਡ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਸਾਰੇ ਦਲ ਕਰੀਬ 600 ਘੰਟੇ ਅਭਿਆਸ ਕਰਦੇ ਨੇ। ਸਾਰੇ ਦਲ ਪਰੇਡ ਦੀ ਤਿਆਰੀ ਲਈ 7 ਮਹੀਨਾ ਪਹਿਲਾਂ ਤੋਂ ਹੀ ਤਿਆਰੀ ਸ਼ੁਰੂ ਕਰ ਦਿੰਦੇ ਨੇ। ਪਹਿਲਾਂ ਪਰੇਡ ਵਿੱਚ ਸ਼ਾਮਿਲ ਸੈਨਾ ਦੀਆਂ ਟੁਕੜੀਆਂ ਆਪਣੀ ਰੈਜੀਮੈਂਟ ਦੇ ਨਾਲ ਅਲੱਗ-ਅਲੱਗ ਅਭਿਆਸ ਕਰਦੀਆਂ ਨੇ ਤੇ ਫਿਰ ਦਸੰਬਰ ਵਿੱਚ ਇਹ ਸਾਰੀਆਂ ਟੁਕੜੀਆਂ ਦਿੱਲੀ ਵਿੱਚ ਇਕੱਠੇ ਅਭਿਆਸ ਕਰਦੀਆਂ ਨੇ। ਸ਼ਕਤੀ ਪ੍ਰਦਰਸ਼ਨ ਦੀ ਪਰੇਡ ਜਿਸ ਵਿੱਚ ਟੈਂਕ, ਹਥਿਆਰ, ਬਖਤਰਬੰਦ ਵਾਹਨ ਸ਼ਾਮਿਲ ਨੇ 10 ਪੜਾਵਾਂ ਵਿੱਚ ਪੂਰਾ ਕੀਤਾ ਜਾਂਦਾ ਹੈ। 26 ਜਨਵਰੀ ਤੋਂ ਪਹਿਲਾਂ ਪਹਿਲੀ ਫੁੱਲ ਡਰੈਸ ਰਿਹਰਸਲ ਅਤੇ ਸਮਾਰੋਹ ਦੌਰਾਨ ਹੋਣ ਵਾਲੀ ਪਰੇਡ ਰਾਜਪਥ ਤੋਂ ਲਾਲ ਕਿਲੇ ਤੱਕ ਮਾਰਚ ਕਰਦੀ ਹੋਈ ਜਾਂਦੀ ਹੈ। ਰਿਹਰਸਲ ਦੇ ਦੌਰਾਨ ਪਰੇਡ 12 ਕਿਲੋਮੀਟਰ ਦੀ ਦੂਰੀ ਤੈਅ ਕਰਦੀ ਹੈ, ਜਦਕਿ ਗਣਤੰਤਰ ਦਿਵਸ ਦੀ ਪਰੇਡ ਦੇ ਦੌਰਾਨ 9 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਜਾਂਦੀ ਹੈ। ਗਣਤੰਤਰ ਦਿਵਸ ਦੇ ਮੌਕੇ ਤੇ ਸੈਨਾ ਵੱਲੋਂ ਪਰੇਡ ਕੀਤੀ ਜਾਂਦੀ ਹੈ। ਦੇਸ਼ ਦੀ ਅਨੇਕਤਾ ਵਿੱਚ ਏਕਤਾ ਨੂੰ ਦਿਖਾਉਂਦੀਆਂ ਹੋਈਆਂ ਝਾਕੀਆਂ ਕੱਢੀਆਂ ਜਾਂਦੀਆਂ ਨੇ। ਸਕੂਲੀ ਬੱਚਿਆਂ ਵੱਲੋਂ ਇਸ ਮੌਕੇ ਤੇ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤੇ ਜਾਂਦੇ ਨੇ। 26 ਜਨਵਰੀ ਦੇ ਸਮਾਰੋਹ ਦੀ ਗੱਲ ਹੋ ਰਹੀ ਹੈ ਤਾਂ ਤੁਹਾਨੂੰ ਬੀਟਿੰਗ ਰਿਟਰੀਟ ਬਾਰੇ ਵੀ ਦੱਸਣਾ ਜ਼ਰੂਰੀ ਹੈ। ਬੀਟਿੰਗ ਰਿਟਰੀਟ ਉਹ ਰਸਮ ਹੈ ਜਿੱਥੇ ਗਣਤੰਤਰ ਦਿਵਸ ਦੇ 4 ਦਿਨਾਂ ਪ੍ਰੋਗਰਾਮ ਦੀ ਸਮਾਪਤੀ ਕੀਤੀ ਜਾਂਦੀ ਹੈ। ਇਸ ਮੌਕੇ ਰਾਸ਼ਟਰਪਤੀ ਭਵਨ ਵਿੱਚ ਇੱਕ ਵੱਡਾ ਸਮਾਰੋਹ ਆਯੋਜਿਤ ਕੀਤਾ ਜਾਂਦਾ ਹੈ, ਜਿਸ ਵਿੱਚ ਤਿੰਨੋਂ ਫੌਜਾਂ ਵੱਲੋਂ ਹਿੱਸਾ ਲਿਆ ਜਾਂਦਾ ਹੈ। 26 ਜਨਵਰੀ ਦੇ ਪ੍ਰੋਗਰਾਮ ਵਾਂਗ ਇਹ ਸਮਾਰੋਹ ਵੀ ਬਹੁਤ ਖਾਸ ਹੁੰਦਾ ਹੈ। ਤਾਂ ਫਿਰ ਚਲੋ ਤੁਹਾਨੂੰ ਰੂਬਰੂ ਕਰਵਾਉਂਦੇ ਹਾਂ ਬੀਟਿੰਗ ਰਿਟਰੀਟ ਸਮਾਰੋਹ ਨਾਲ ਜੁੜੇ ਇਸ ਖਾਸ ਇਤਿਹਾਸ ਤੋਂ। ਬੀਟਿੰਗ ਰਿਟਰੀਟ ਭਾਰਤ ਦੇ ਗਣਤੰਤਰ ਦਿਵਸ ਦੇ ਜਸ਼ਨਾਂ ਦੀ ਸਮਾਪਤੀ ਨੂੰ ਦਰਸਾਉਂਦਾ ਹੈ। ਇਸ ਪ੍ਰੋਗਰਾਮ ਵਿੱਚ ਥਲ ਸੈਨਾ, 에ਅਰ ਫੋਰਸ ਤੇ ਨੇਵੀ ਆਪਣੇ ਰਵਾਇਤੀ ਬੈਂਡ ਦੀ ਧੁਨ ਤੇ ਮਾਰਚ ਕਰਦੇ ਨੇ। ਹਰ ਸਾਲ ਗਣਤੰਤਰ ਦਿਵਸ ਤੋਂ ਬਾਅਦ ਬੀਟਿੰਗ ਰਿਟਰੀਟ ਦਾ ਸਮਾਰੋਹ ਆਯੋਜਿਤ ਕੀਤਾ ਜਾਂਦਾ ਹੈ। ਇਹ ਸਮਾਗਮ ਰਾਏ ਸੈਨਾ ਰੋਡ ਤੇ ਰਾਸ਼ਟਰਪਤੀ ਭਵਨ ਦੇ ਸਾਹਮਣੇ ਕਰਾਇਆ ਜਾਂਦਾ ਹੈ। ਬੀਟਿੰਗ ਰਿਟਰੀਟ ਸੈਰੇਮਨੀ 4 ਦਿਨਾਂ ਤੱਕ ਚੱਲਣ ਵਾਲੇ ਗਣਤੰਤਰ ਦਿਵਸ ਸਮਾਰੋਹ ਦਾ ਮੁੱਖ ਪ੍ਰੋਗਰਾਮ ਹੈ। ਇਸ ਸਮਾਰੋਹ ਲਈ ਰਾਸ਼ਟਰਪਤੀ ਭਵਨ, ਵਿਜੇ ਚੌਂਕ, ਨਾਰਥ ਬਲਾਕ ਤੋਂ ਸਾਊਥ ਬਲਾਕ ਨੂੰ ਸੁੰਦਰ ਲਾਈਟਾਂ ਦੇ ਨਾਲ ਸਜਾਇਆ ਜਾਂਦਾ ਹੈ। ਬੀਟਿੰਗ ਰਿਟਰੀਟ ਦੀ ਰਸਮ ਫੌਜ ਦੀਆਂ ਬੈਰਕਾਂ ਵਿੱਚ ਵਾਪਸੀ ਦਾ ਪ੍ਰਤੀਕ ਹੈ। ਦੁਨੀਆ ਭਰ ਵਿੱਚ ਬੀਟਿੰਗ ਰਿਟਰੀਟ ਦੀ ਰਵਾਇਤ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਲੜਾਈ ਦੇ ਦੌਰਾਨ ਦਿਨ ਢਲ ਜਾਣ ਤੇ ਸੈਨਾਵਾਂ ਆਪਣੇ ਹਥਿਆਰ ਰੱਖ ਕੇ ਕੈਂਪ ਵਿੱਚ ਵਾਪਸ ਚਲੀਆਂ ਜਾਂਦੀਆਂ ਸਨ। ਉਸ ਵੇਲੇ ਉਹਨਾਂ ਦਾ ਮਨੋਬਲ ਵਧਾਉਣ ਵਾਸਤੇ ਇੱਕ ਸੰਗੀਤਕ ਪ੍ਰੋਗਰਾਮ ਕੀਤਾ ਜਾਂਦਾ ਸੀ। ਭਾਰਤ ਵਿੱਚ ਬੀਟਿੰਗ ਰਿਟਰੀਟ ਸੈਰੇਮਨੀ 1950 ਵਿੱਚ ਸ਼ੁਰੂ ਹੋਈ ਸੀ। ਉਦੋਂ ਭਾਰਤੀ ਸੈਨਾ ਦੇ ਮੇਜਰ ਰਾਬਰਟ ਨੇ ਇਹ ਰਸਮ ਸੈਨਾਵਾਂ ਦੇ ਬੈਂਡਸ ਦੇ ਡਿਸਪਲੇ ਨਾਲ ਪੂਰੀ ਕੀਤੀ ਸੀ। ਇਸ ਸਮਾਗਮ ਵਿੱਚ ਦੇਸ਼ ਦੇ ਰਾਸ਼ਟਰਪਤੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਸਨ। ਵਿਜੇ ਚੌਂਕ ਤੇ ਰਾਸ਼ਟਰਪਤੀ ਆਉਂਦੇ ਨੇ ਤੇ ਉਹਨਾਂ ਨੂੰ ਨੈਸ਼ਨਲ ਸਲੂਟ ਦਿੱਤਾ ਜਾਂਦਾ ਹੈ। ਇਸ ਦੌਰਾਨ ਦੇਸ਼ ਦਾ ਰਾਸ਼ਟਰੀ ਗੀਤ ਗਾਇਆ ਜਾਂਦਾ ਹੈ ਤੇ ਤਿਰੰਗਾ ਵੀ ਫਹਿਰਾਇਆ ਜਾਂਦਾ ਹੈ।
ਇਸ ਮੌਕੇ ਤੇ ਆਰਮੀ, ਨੇਵੀ, 에ਅਰ ਫੋਰਸ ਦੇ ਤਿੰਨੋਂ ਬੈਂਡ ਆਪਣੀ ਰਵਾਇਤੀ ਧੁਨਾਂ ਦੇ ਨਾਲ ਮਾਰਚ ਕਰਦੇ ਨੇ। ਸੰਗੀਤਕ ਪ੍ਰੋਗਰਾਮ ਦੀ ਸਮਾਪਤੀ ਰਿਟਰੀਟ ਦਾ ਬਿਗੁਲ ਵੱਜਦਾ ਹੈ। ਇਸ ਦੌਰਾਨ ਬੈਂਡ ਮਾਸਟਰ ਰਾਸ਼ਟਰਪਤੀ ਦੇ ਕੋਲ ਆਉਂਦੇ ਨੇ ਤੇ ਬੈਂਡ ਨੂੰ ਵਾਪਸ ਲੈ ਜਾਣ ਦੀ ਇਜਾਜ਼ਤ ਮੰਗਦੇ ਨੇ। ਇਸ ਦਾ ਮਤਲਬ ਹੈ ਕਿ 26 ਜਨਵਰੀ ਦੇ ਜਸ਼ਨ ਖਤਮ ਹੋ ਗਏ ਨੇ। ਬੈਂਡ ਮਾਰਚ ਵਾਪਸੀ ਵਿੱਚ ਜਾਂਦੇ ਹੋਏ ਮਸ਼ਹੂਰ ਧੁਨ ਸਾਰੇ ਜਹਾਂ ਸੇ ਅੱਛਾ ਵਜਾਉਂਦੀ ਹੈ। ਦੇ ਸਲਾਮੀ ਉਸ ਤਿਰੰਗੇ ਨੂੰ ਜਿਸ ਨਾਲ ਸ਼ਾਨ ਹੈ ਤੇਰੀ, ਤਿਰੰਗੇ ਨੂੰ ਹਮੇਸ਼ਾ ਉੱਚਾ ਰੱਖਣਾ ਜਦ ਤੱਕ ਸਰੀਰ 'ਚ ਜਾਨ ਹੈ ਤੇਰੀ। ਭਾਰਤ ਦੀ ਆਜ਼ਾਦੀ ਦੇ ਲਈ ਲੜੀ ਗਈ ਲੜਾਈ ਦਾ ਇਤਿਹਾਸ ਬਹੁਤ ਸੁਨਹਿਰਾ ਹੈ। ਇਸ ਲਈ ਹਰ ਭਾਰਤੀ ਦਾ ਫਰਜ਼ ਬਣਦਾ ਹੈ ਕਿ ਉਹ ਇਸ ਸ਼ਹਾਦਤ ਨੂੰ ਯਾਦ ਰੱਖੇ ਤੇ ਦੇਸ਼ ਸੇਵਾ ਲਈ ਹਮੇਸ਼ਾ ਤਿਆਰ ਰਹੇ। ਗਣਤੰਤਰ ਦਿਵਸ ਦੇ ਮੌਕੇ ਤੇ ਇਹ ਸੀ ਸਾਡੀ ਵਿਸ਼ੇਸ਼ ਪੇਸ਼ਕਸ਼। ਤੁਹਾਨੂੰ ਸਭ ਨੂੰ ਗਣਤੰਤਰ ਦਿਵਸ ਦੀ ਬਹੁਤ-ਬਹੁਤ ਮੁਬਾਰਕ।